क्यू कार्ड्स करने हैं जी। Describe an advertisement that you remember well. Where you saw it. What it was about. Why you remember it. एक क्वेश्चन है, एक एडवर्टाइजमेंट दसो ਜਿਹੜੀ ਤੁਹਾਨੂੰ ਯਾਦ ਰਹਿ ਗਈ ਹੋਵੇ, ਤੁਸੀਂ ਕਦੋਂ ਦੇਖੀ ਸੀ, ਕਿੱਥੇ ਦੇਖੀ ਸੀ, ਕਿਸ ਬਾਰੇ ਸੀ ਇਹ ਤੇ ਕਿਉਂ ਯਾਦ ਰਹਿ ਗਈ। ਹੁਣ ਇੱਥੇ ਐਡਵਰਟਾਈਜ਼ਮੈਂਟ ਬਾਰੇ ਕੀ ਆ ਸਕਦਾ। ਕਾਰ ਦੀ ਐਡਵਰਟਾਈਜ਼ਮੈਂਟ ਆ ਸਕਦੀ ਆ ਵੀ ਕਾਰ ਦੀ ਐਡਵਰਟਾਈਜ਼ਮੈਂਟ ਸੀਗੀ ਜਿਹੜੀ ਕਿ ਯਾਦ ਰਹਿ ਗਈ ਮੈਨੂੰ। ਹੁਣ ਸਭ ਤੋਂ ਪਹਿਲਾਂ ਇਹਨਾਂ ਦੀ ਇੰਟਰੋਡਕਟਰੀ ਲਾਈਨ ਬਣਾਵਾਂਗੇ। ਇੰਟਰੋਡਕਟਰੀ ਲਾਈਨ ਦੇ ਵਿੱਚ ਕੀ ਬਣ ਸਕਦੀ ਹੈ, ਕਿਹੜੀ ਇੰਟਰੋ ਲਾਈਨ ਆ ਸਕਦੀ ਹੈ, ਬੋਲ ਸਕਦੇ ਕੋਈ।
ए दी आ गई इंट्रोडक्टरी लाइन। Advertisements play a crucial role in modern world, and it is the most effective method of marketing which can boost the sales of company। Advertisements ਜਿਹੜੇ ਬਹੁਤ important role play ਕਰਦੀ ਹੈ ਅੱਜ ਕੱਲ੍ਹ ਦੀ society ਦੇ ਵਿੱਚ, ਤੇ ਇਹ ਬਹੁਤ ਇਫੈਕਟਿਵ ਯਾਨੀ ਕਿ ਬਹੁਤ ਵਧੀਆ ਮੈਥਡ ਆ ਮਾਰਕੀਟਿੰਗ ਕਰਨ ਦਾ, ਕਿਸੇ ਪ੍ਰੋਡਕਟ ਨੂੰ ਡਿਸਪਲੇ ਕਰਨ ਦਾ, ਜਿਹੜਾ ਕਿ ਕੰਪਨੀ ਦੀ ਸੇਲਸ ਯਾਨੀ ਕਿ ਕੰਪਨੀ ਦਾ ਵਿਕਰੀ ਜਿਹੜੀ ਪ੍ਰੋਡਕਟ ਦੀ ਉਹ ਬਹੁਤ ਜ਼ਿਆਦਾ ਵਧਾ ਸਕਦੀ ਹੈ। ਮੋਸਟਲੀ ਐਡਸ ਆਰ ਡਿਸਪਲੇਡ ਔਨ ਨਿਊਜ਼ਪੇਪਰ ਹੋਰਡਿੰਗਸ। ਜ਼ਿਆਦਾਤਰ ਐਡ ਜਿਹੜੇ ਨਿਊਜ਼ਪੇਪਰ ਤੇ ਹੋਰਡਿੰਗ ਯਾਨੀ ਕਿ ਜਿਹੜੇ ਸੜਕਾਂ ਦੇ ਸਾਈਡ ਤੇ ਵੱਡੇ ਵੱਡੇ ਬੋਰਡ ਲੱਗੇ ਹੁੰਦੇ। ਐਂਡ ਦ ਟੀਵੀ ਐਡਸ ਆਰ ਮੇਡ ਸੋ ਅਪੀਲਿੰਗ। ਟੀਵੀ ਦੀਆਂ ਜਿਹੜੀਆਂ ਐਡਸ ਆ ਉਹ ਇੰਨੀਆਂ ਅਟਰੈਕਟਿਵ ਬਣਾਈਆਂ ਹੁੰਦੀਆਂ ਦੈਟ ਇਟ ਲੀਵਸ ਐਨ ਇੰਪ੍ਰੈਸ਼ਨ ਔਨ ਵਿਊਅਰਸ ਮਾਈਂਡ, ਕਿ ਉਹ ਇੱਕ ਵਿਊਅਰ ਜਿਹੜਾ ਦੇਖਦਾ ਪਿਆ ਐਡ ਨੂੰ ਉਹਦੇ ਮਾਈਂਡ ਤੇ ਇੱਕ ਛਾਪ ਛੱਡ ਜਾਂਦੀ ਹੈ। ਐਂਡ ਆਈ ਕੇਮ ਅਕ੍ਰੋਸ ਸੱਚ ਐਨ ਐਡਵਰਟਾਈਜ਼ਮੈਂਟ ਵੈਨ, ਤੇ ਮੈਨੂੰ ਵੀ ਇੱਕ ਇਦਾਂ ਦੀ ਐਡਵਰਟਾਈਜ਼ਮੈਂਟ ਦਿਖੀ ਜਦੋਂ। ਹੁਣ ਅੱਗੇ ਇਹਦੇ ਆਪਾਂ ਡਿਸਕਸ ਕਰਾਂਗੇ ਸਾਰਾ। ਇੱਥੇ ਕੁਐਸਚਨ ਕਿਹੜੇ ਡਿਸਕਸ ਕਰਨੇ ਆਪਾਂ? ਅਮਨ ਤੁਸੀਂ ਦੱਸੋ ਕਿਹੜੇ ਕੁਐਸਚਨ ਡਿਸਕਸ ਕਰਨੇ ਆਪਾਂ ਇੱਥੇ ਫਸਟ ਪਾਰਟ ਦੇ ਵਿੱਚ? Sir, where you saw it? ਹਾਂਜੀ, where you saw it। ਇਹਨਾਂ ਕੁਐਸਚਨ What was it? ਛੱਡ ਦੋ, ਇਹ ਕਿਹੜੇ ਕੁਐਸਚਨ ਇੱਥੇ ਤੁਹਾਡੇ ਕੋਲ, ਤੁਸੀਂ ਆਪਣਾ ਮੈਥਡ ਯੂਜ਼ ਕਰੋ ਵੀ ਕਿਹੜੇ ਕਿਹੜੇ ਕੁਐਸਚਨ ਆਪਾਂ ਪਾਰਟ ਦੇ ਵਿੱਚ ਡਿਸਕਸ ਕਰਦੇ ਹੁੰਦੇ ਹਾਂ। Sir, what, where, when? ਹਾਂਜੀ, ਹੁਣ ਇੱਥੇ ਮੈਂ ਇੱਥੇ ਵੈਨ ਲਿਖਿਆ ਹੋਇਆ। ਵੈਨ ਮੈਂ ਇੱਥੇ ਦੱਸ ਸਕਦਾ ਵੀ ਕਦੋਂ ਐਡਵਰਟੀਜ਼ਮੈਂਟ ਸਭ ਤੋਂ ਪਹਿਲਾਂ ਮੈਂ ਦੇਖੀ। ਠੀਕ ਹੈ, when I was watching cricket match on TV, ਜਦੋਂ ਮੈਂ ਕੋਈ ਮੈਚ ਦੇਖਦਾ ਪਿਆ ਹੈ ਟੀਵੀ ਦੇ ਉੱਤੇ। ਠੀਕ ਹੈ, ਵੇਅਰ ਵੀ ਆ ਗਿਆ ਹੁਣ ਇੱਥੇ। ਵੇਅਰ ਕਿੱਥੇ? ਟੈਲੀਵਿਜ਼ਨ ਐਟ ਮਾਈ ਹੋਮ, ਘਰ ਬੈਠ ਕੇ ਉਹ ਟੀਵੀ ਦੇ ਉੱਤੇ ਮੈਚ ਦੇਖਦਾ ਪਿਆ ਹੈ। ਠੀਕ ਆ, ਕਾਰ ਦੀ ਐਡਵਰਟੀਜ਼ਮੈਂਟ ਸੀਗੀ, ਇਹ ਦੱਸ ਦੇਣੀ ਹੈ। I came across such an advertisement when I was watching a cricket match on television at my home, and it was about a car। ਹੁਣ ਕਾਰ ਦੀ ਐਡਵਰਟੀਜ਼ਮੈਂਟ ਸੀਗੀ। ਠੀਕ ਹੈ, ਇਹ ਚੀਜ਼ਾਂ ਹੋ ਗਈਆਂ ਵੈਨ, ਵੇਅਰ, ਵਾਟ। ਹੁਣ ਉਸ ਤੋਂ ਬਾਅਦ ਆਪਾਂ ਇਹਦਾ ਡਿਸਕ੍ਰਿਪਸ਼ਨ ਐਡ ਆਨ ਕਰਾਂਗੇ ਇਹਦੀ। ਇਹਦੇ ਨਾਲ ਨਾਲ ਆਪਾਂ ਇਹ ਵੀ ਚੀਜ਼ ਦੱਸਾਂਗੇ ਕਾਰ ਦੀ ਸਟੋਰੀ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕੀਤੀ ਆ, ਤੇ ਉਹਦੇ ਫੀਚਰਸ ਨਾਲ ਨਾਲ ਦੱਸੀ ਜਾਵਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਦੱਸ ਸਕਦੇ ਹਾਂ ਬ੍ਰਾਂਡ ਐਂਬੈਸਡਰ ਦੱਸ ਸਕਦੇ ਹਾਂ ਵੀ ਅਮਿਤਾਭ ਬੱਚਨ ਸੀਗਾ, ਇਹਦਾ ਬ੍ਰਾਂਡ ਐਂਬੈਸਡਰ ਸੀਗਾ, ਉਹ ਐਡ ਕਰਦਾ ਪਿਆ ਸੀਗਾ। ਉਸ ਤੋਂ ਬਾਅਦ ਉਹ ਇੱਕ ਫੈਮਿਲੀ ਆਊਟਿੰਗ ਤੇ ਜਾਣਾ ਚਾਹੁੰਦੇ ਸੀ, ਫੈਮਿਲੀ ਆਊਟਿੰਗ। ਠੀਕ ਹੈ, ਸੋ ਉਹਦਾ ਜਿਹੜਾ ਯੰਗੈਸਟ ਸਨ ਹੈ ਜਾਂ ਫਿਰ ਜਿਹੜਾ ਵੀ ਸਨ ਆ, ਉਹ ਕਾਰ ਰਿਵਰਸ ਕਰਦਾ ਆਪਣੇ ਗਰਾਜ ਚੋਂ, ਤੇ ਜਿਹਦੇ ਨਾਲ ਉਹਦਾ ਕੈਮਰਾ ਰੀਅਰ ਕੈਮਰਾ ਡਿਸਪਲੇ ਕਰਦੇ ਆ ਵੀ ਜਿਹੜਾ ਉਹਦੇ ਬੈਕ ਤੇ ਕੈਮਰਾ ਲੱਗਾ ਹੋਇਆ ਸੀਗਾ। ਠੀਕ ਹੈ, ਕਾਰ ਦੇ ਫੀਚਰ ਵੀ ਨਾਲ ਨਾਲ ਦੱਸੀ ਜਾਣੇ ਆ, ਸਟੋਰੀ ਵੀ ਦੱਸੀ ਜਾਣੀ ਹੈ। ਪਰ ਉਸ ਤੋਂ ਬਾਅਦ ਉਹ ਜਿਹੜੇ ਆਪਣਾ ਲਗੇਜ ਰੱਖਦੇ ਆ, ਡਿੱਕੀ 'ਚ ਲਗੇਜ ਰੱਖਦੇ ਆ, ਜਿਹਦੇ ਨਾਲ ਉਹ ਦੱਸਿਆ ਵੀ ਬੂਟ ਸਪੇਸ ਯਾਨੀ ਕਿ ਜਿਹੜੀ ਉੱਥੇ ਸਪੇਸ ਆ ਜਿੱਥੇ ਡਿੱਕੀ ਨੂੰ ਆਪਾਂ ਕਹਿੰਦੇ ਆ ਬੂਟ ਸਪੇਸ, ਉਹ ਬਹੁਤ ਜ਼ਿਆਦਾ ਸੀਗਾ, ਹਿਊਜ ਸਪੇਸ ਸੀ ਉਹਨਾਂ ਦਾ, ਸਾਰਾ ਲਗੇਜ ਜਿਹੜਾ ਈਜ਼ੀਲੀ ਫਿੱਟ ਹੋ ਗਿਆ। ਸੋ ਉਹ 5 ਮੈਂਬਰ ਸੀਗੇ ਫੈਮਿਲੀ ਦੇ, ਜਿਹੜੇ ਸਾਰੇ ਕੀ ਸਾਰੇ ਆਰਾਮ ਦੇ ਨਾਲ ਬੈਠ ਗਏ। ਸਿਟਿੰਗ ਅਰੇਂਜਮੈਂਟ ਆਫ ਕਾਰ, ਯਾਨੀ ਕਿ ਇਹਨਾਂ ਦੀਆਂ ਸੀਟਸ ਜਿਹੜੀਆਂ ਵਾ ਬਹੁਤ ਵਧੀਆ ਸੀਗੀਆਂ, ਲਗਜ਼ਰੀ ਸੀਗੀਆਂ। ਇਹ ਚੀਜ਼ਾਂ ਆਪਾਂ ਐਡ ਆਨ ਕਰ ਸਕਦੇ ਹਾਂ। ਇਹ ਹੋ ਗਈਆਂ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਗ੍ਰੈਂਡਸਨ ਹੈ, ਕੋਈ ਉਹਨੇ ਮਿਊਜ਼ਿਕ ਦੀ ਡਿਮਾਂਡ ਕੀਤੀ,
ਸੋ ਉਹ ਮਿਊਜ਼ਿਕ ਦੇ ਵਿੱਚ ਜਿਹੜਾ ਸਟੀਰੀਓ ਸਿਸਟਮ ਆ ਇਨਬਿਲਟ ਹੈਗਾ, ਇਨਬਿਲਟ ਸਟੀਰੀਓ ਸਿਸਟਮ ਲੱਗਾ ਹੋਇਆ ਸੀਗਾ ਉਹਦੇ ਵਿੱਚ। ਦੈਨ ਮਾਈਨਰ ਐਕਸੀਡੈਂਟ ਹੋਣ ਵਾਲਾ ਸੀਗਾ, ਠੀਕ ਹੈ। ਤੇ ਅਮਿਤਾਭ ਬੱਚਨ ਨੇ ਉਹਦੇ ਸੇਫਟੀ ਫੀਚਰਸ ਫਿਰ ਇੰਟਰੋਡਿਊਸ ਕੀਤੇ। ਸੇਫਟੀ ਫੀਚਰ ਉਹਦੇ ਇੰਟਰੋਡਿਊਸ ਕੀਤੇ, ਜਿਵੇਂ ਕਿ ਉਹਦੇ ਵਿੱਚ 에ਅਰ ਬੈਗਸ ਆ ਸਾਰੇ, ਸਟੀਲ ਬਾਡੀ ਆ, ਵੀਲ ਬੈਲੈਂਸਿੰਗ ਯਾਨੀ ਕਿ ਉਹਦਾ ਸਟੀਅਰਿੰਗ ਬੈਲੈਂਸਿੰਗ ਉਹਦੀ ਬੜੀ ਵਧੀਆ ਵਾ। ਉਹਨੇ ਇਹ ਵਾਲੇ ਜਿਹੜੇ ਫਿਰ ਫੀਚਰਸ ਇੰਟਰੋਡਿਊਸ ਕੀਤੇ ਜਿਹੜੇ ਕਾਰ ਦੇ ਵਿੱਚ ਹੈਗੇ। ਲਾਸਟ ਉਹ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਗਏ, ਤੇ ਉਹਦਾ ਜਿਹੜਾ ਡੈਸਟੀਨੇਸ਼ਨ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਫਿਊਲ ਚੈੱਕ ਕੀਤਾ, ਉਹਦੀ ਫਿਊਲ ਐਫੀਸ਼ੀਐਂਸੀ ਬਹੁਤ ਵਧੀਆ ਸੀ। ਠੀਕ ਹੈ, ਇਹ ਸਾਰੇ ਆਪਾਂ ਹੁਣ ਸਟੋਰੀ ਵੀ ਦੱਸਦੀ ਉਹਦੀ ਸਾਰੀ ਵੀ ਕਿਸ ਤਰੀਕੇ ਦੇ ਨਾਲ ਕੀ ਚੱਲਦਾ ਪਿਆ, ਤੇ ਨਾਲ ਦੇ ਨਾਲ ਆਪਾਂ ਕਾਰ ਦੇ ਫੀਚਰ ਵੀ ਦੱਸਦੇ, ਉਹਦੇ ਕੈਮਰਾ ਫੀਚਰਸ, ਉਹਦੀ ਜਿਹੜੀ ਬੂਟ ਸਪੇਸ ਹੈ, ਜਿਹੜੀ ਲੱਗੇਜ ਰੱਖਣ ਵਾਸਤੇ ਜਿਹੜੀ ਸੀਟਾਂ ਦਾ ਅਰੇਂਜਮੈਂਟ ਆ, ਠੀਕ ਹੈ, ਲੈਗ ਸਪੇਸ ਆ, ਮਿਊਜ਼ਿਕ ਸਿਸਟਮ ਹੈ, ਉਹਦੇ ਸੇਫਟੀ ਫੀਚਰਸ, ਉਹਦੀ ਫਿਊਲ ਐਫੀਸ਼ੀਐਂਸੀ, ਇਹ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਆਪਾਂ। ਠੀਕ ਹੈ, ਹੁਣ ਲਾਸਟ ਕੁਐਸਚਨ ਦਾ ਆਪਾਂ ਆਨਸਰ ਕਰਦੇ ਹਾਂ, ਵਾਈ ਯੂ ਰਿਮੈਂਬਰ ਇਟ। ਪਲੈਨਿੰਗ ਟੂ ਪਰਚੇਜ਼ ਕਾਰ, ਉਸ ਟਾਈਮ ਤੇ ਜਿਹੜਾ ਪਲਾਨ ਕਰਦੇ ਪਏ ਸੀ ਤੁਸੀਂ ਵੀ ਪਰਚੇਜ਼ ਕਰਨ ਦੇ ਲਈ, ਠੀਕ ਹੈ। ਦੈਨ ਇਹ ਵੀ ਚੀਜ਼ ਆਪਾਂ ਲਿਖ ਸਕਦੇ ਹਾਂ ਵੀ ਉਹਦੇ ਵਿੱਚ 30 to 45 ਸੈਕਿੰਡ ਦੀ ਐਡ ਦੇ ਵਿੱਚ ਜਿਹੜੇ ਆ ਸਾਰੇ ਹੀ ਫੀਚਰਸ ਜਿਹੜੇ ਆ ਬਹੁਤ ਅਟਰੈਕਟਿਵਲੀ ਰਿਪਰੈਜ਼ੈਂਟ ਕੀਤੇ ਗਏ ਸੀ। ਇਸ ਦੇ ਨਾਲ ਵੀ ਤੁਸੀਂ ਜਿਹੜੇ ਆ ਇੰਪ੍ਰੈਸ ਹੋ ਗਏ, ਇਸ ਕਰਕੇ ਵੀ ਤੁਹਾਨੂੰ ਐਡ ਯਾਦ ਰਹਿ ਗਈ। ਹੁਣ ਆਪਾਂ ਇੱਥੇ ਫਿਊਚਰ ਪਲਾਨ ਇੰਟਰੋਡਿਊਸ ਕਰ ਸਕਦੇ ਹਾਂ ਵੀ ਤੁਸੀਂ ਸਾਰਾ ਕੁਝ ਉਹਦੇ ਬਾਰੇ ਇਨਕੁਆਇਰੀ ਕਰ ਚੁੱਕੇ ਹੋ, ਹੁਣ ਤੁਸੀਂ ਜਿਹੜੀ ਆ ਬਸ ਲੈਣੀ ਆ ਕਾਰ ਉਹ ਲਈ, ਤੇ ਹੋਪ ਨੈਕਸਟ ਮੰਥ ਤੱਕ ਤੁਸੀਂ ਉਹ ਪਰਚੇਜ਼ ਕਰ ਲਓਗੇ। ਸਾਰੇ ਕੁਐਸਚਨ ਕਵਰ ਹੋ ਗਏ। ਚ ਵੇਅਰ ਯੂ ਸੌ ਇਟ, ਕਿੱਥੇ ਦੇਖੀ ਸੀਗੀ, ਵਾਟ ਇਟ ਵਾਜ਼ ਅਬਾਊਟ, ਕਾਹਦੇ ਬਾਰੇ ਸੀਗੀ, ਸਾਰੇ ਕਾਰ ਦੇ ਫੀਚਰਸ ਬਾਰੇ ਸੀਗੇ, ਵਾਈ ਯੂ ਰਿਮੈਂਬਰ ਇਟ, ਇਹ ਵੀ ਚੀਜ਼ ਤੁਸੀਂ ਦੱਸ ਦਿੱਤੀ ਇਹਦੀ ਸਾਰੀ ਦੀ ਸਾਰੀ। ਇੱਕ ਵਾਰੀ ਇਹਨੂੰ ਦੇਖ ਲਓ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਪੁੱਛ ਲਿਓ। Describe goal you set and achieved it. First, what it was about, ਕੀ ਸੀਗਾ goal, when you set it, ਕਦੋਂ set ਕੀਤਾ, how you achieved it, ਕਿੱਦਾਂ ਇਹਨੂੰ ਅਚੀਵ ਕੀਤਾ। ਠੀਕ ਹੈ, ਇਹ ਆ ਗਿਆ। ਹੁਣ ਇੱਥੇ ਆਪਾਂ ਲਿਖ ਸਕਦੇ ਹਾਂ ਬਾਕਸਿੰਗ ਚੈਂਪੀਅਨ ਬਣਨ ਦਾ ਗੋਲ ਤੁਸੀਂ ਸੈੱਟ ਕੀਤਾ ਸੀਗਾ। ਇਹਦੀ ਇੰਟਰੋਡਕਸ਼ਨ ਕੀ ਲਿਖ ਸਕਦੇ ਹਾਂ,
इंट्रोडक्शन कौन बना सकता है? ਇਹ ਇੰਟਰੋਡਕਸ਼ਨ ਲੈ ਸਕਦੇ ਹਾਂ ਵੀ ਦ ਮੋਸਟ ਇੰਪੋਰਟੈਂਟ ਐਸਪੈਕਟ ਆਫ ਵਨਸ ਲਾਈਫ ਸ਼ੁੱਡ ਬੀ ਟੂ ਬੀ ਅ ਸਕਸੈਸਫੁਲ ਪਰਸਨ। ਹਰ ਇੱਕ ਦੀ ਲਾਈਫ ਦਾ ਇੱਕ ਗੋਲ ਹੋਣਾ ਚਾਹੀਦਾ ਵੀ ਉਹ ਸਕਸੈਸਫੁਲ ਬਣੇ ਐਂਡ ਇਟ ਕੈਨ ਬੀ ਡਨ ਇਨ ਵੇਰੀਅਸ ਵੇਜ਼। ਇਹਨੂੰ ਕਾਫੀ ਤਰੀਕੇ ਨਾਲ ਅਚੀਵ ਕੀਤਾ ਜਾ ਸਕਦਾ। ਮੈਂ ਆਪਣੇ ਆਈ ਵੁੱਡ ਲਾਈਕ ਟੂ ਸ਼ੇਅਰ ਮਾਈ ਸਟੋਰੀ ਆਫ ਬੀਇੰਗ ਅ ਗ੍ਰੇਟ ਬਾਕਸਰ ਆਫ ਮਾਈ ਸਟੇਟ। ਮੈਂ ਆਪਣੀ ਸਟੋਰੀ ਸ਼ੇਅਰ ਕਰਾਂਗਾ ਵੀ ਮੈਂ ਆਪਣੇ ਸਟੇਟ ਦਾ ਕਿੱਦਾਂ ਇੱਕ ਬਾਕਸਰ ਵਧੀਆ ਬਾਕਸਰ ਬਣਿਆ। ਠੀਕ ਹੈ, ਹੁਣ ਇੱਥੇ ਅੱਗੇ ਆਪਾਂ ਸ਼ੇਅਰ ਕਰਨਾ ਵੈਨ ਇਟ ਵਾਜ਼ ਕਿਸ ਤਰੀਕੇ ਦੇ ਨਾਲ ਇੱਥੇ ਆਪਾਂ ਹੋਰ ਐਡ ਆਨ ਕਰਾਂਗੇ। ਕੋਈ ਸਟੋਰੀ ਐਡ ਆਨ ਕਰ ਸਕਦੇ ਹਾਂ ਕਿ ਜਿੱਦਾਂ ਮੈਂ ਦੇਖਿਆ ਕਿਸੇ ਬਾਕਸਰ ਨੂੰ ਦੇਖਿਆ ਜਾਂ ਫਿਰ ਮੁਹੰਮਦ ਅਲੀ ਨੂੰ ਦੇਖਿਆ ਤੇ ਉਹ ਤੋਂ ਦੇਖ ਕੇ ਮੈਂ ਬਹੁਤ ਇੰਸਪਾਇਰ ਹੋਇਆ ਤੇ ਮੈਂ ਆਪਣੀ ਲਾਈਫ ਦੇ ਵਿੱਚ ਸੈੱਟ ਕਰ ਲਿਆ ਵੀ ਮੈਨੂੰ ਵੀ ਬਾਕਸਰ ਬਣਨਾ। ਠੀਕ ਹੈ, ਇਹ ਐਡ ਆਨ ਕਰਕੇ ਇੱਥੇ ਆਪਾਂ ਨੂੰ ਦੇਖਾਂਗੇ ਵੀ ਕਦੋਂ ਸੈੱਟ ਕੀਤਾ ਗੋਲ ਹੈ। ਵੈਨ I was in the 6th standard, ਜਦੋਂ 6th ਕਲਾਸ ਦੇ ਵਿੱਚ ਸੀਗਾ। 6th 7th ਕਲਾਸ ਜਿਹੜੀ ਮਰਜ਼ੀ ਕਲਾਸ ਆਪਾਂ ਲਿਖ ਸਕਦੇ ਹਾਂ ਇੱਥੇ। ਠੀਕ ਹੈ, ਵੇਅਰ ਕੀਤਾ ਜਦੋਂ ਮੂਵੀ ਦੇਖ ਕੇ ਹਟੇ ਸੀ ਮੁਹੰਮਦ ਅਲੀ ਦੇ ਉੱਤੇ, ਮੂਵੀ ਦੇਖ ਕੇ ਹਟੇ ਸੀ ਆਪਣੇ ਘਰ ਦੇ ਵਿੱਚ ਹੀ। ਠੀਕ ਹੈ, ਉਦੋਂ ਹੀ ਤੁਸੀਂ ਇਹ ਡਿਸਾਈਡ ਕਰ ਲਿਆ ਸੀਗਾ ਬਾਕਸਿੰਗ ਚੈਂਪੀਅਨ ਦਾ ਆਲਰੇਡੀ ਹੋ ਚੁੱਕਿਆ। ਹੁਣ ਇੱਥੇ ਗੋਲ ਨੂੰ ਅਚੀਵ ਕਿੱਦਾਂ ਕੀਤਾ, ਕਿਸ ਤਰੀਕੇ ਦੇ ਨਾਲ ਹੈਪੀ ਹੋਏ, ਇਹ ਸਾਰੀਆਂ ਚੀਜ਼ਾਂ ਲਿਖਣੀਆਂ ਉੱਥੇ। Started training under my cousin who was a fitness coach ਸੀਗਾ ਉਹ। ਠੀਕ ਹੈ, ਆਪਣੀ ਫਿਟਨੈਸ ਇੰਪਰੂਵ ਕਰਨ ਦੇ ਲਈ ਮੈਂ ਜਿਹੜੀ ਟ੍ਰੇਨਿੰਗ ਆਪਣੀ ਸਟਾਰਟ ਕਰ ਦਿੱਤੀ। ਦੈਨ ਮੈਂ ਆਪਣੇ ਟੀਚਰ ਦੇ ਨਾਲ ਗੱਲ ਕੀਤੀ ਇਸ ਬਾਰੇ ਵੀ ਆਈ ਵਾਂਟ ਟੂ ਬੀ ਅ ਬਾਕਸਰ। ਠੀਕ ਹੈ, ਸੋ ਟੀਚਰ ਨੇ ਜਿਹੜਾ ਰਿਕਮੈਂਡੇਸ਼ਨ ਕੀਤੀ ਕਿਸੇ ਕੋਚ ਬਾਰੇ ਵੀ ਜਾਂ ਫਿਰ ਉਹਨਾਂ ਨੇ ਸਕੂਲ ਦੇ ਵਿੱਚ ਹੀ ਇੱਕ ਕੋਚ ਜਿਹੜਾ ਪ੍ਰੋਵਾਈਡ ਕਰਵਾ ਦਿੱਤਾ। ਉਹ ਜਿਹੜਾ ਕੋਚ ਸੀਗਾ, ਹੁਣ ਕੋਚ ਬਾਰੇ ਡਿਸਕ੍ਰਿਪਸ਼ਨ ਦੱਸ ਦਾਂਗੇ ਥੋੜੀ ਜੀ। ਓਲੰਪੀਅਨ ਸੀਗਾ ਉਹ ਕੋਚ। ਠੀਕ ਹੈ, ਓਲੰਪਿਕਸ ਦੇ ਵਿੱਚ ਰਿਪਰੈਜ਼ੈਂਟ ਕਰ ਚੁੱਕਿਆ ਸੀਗਾ ਇੰਡੀਆ ਨੂੰ। ਉਹਦੀ ਰਿਪਰੈਜ਼ੈਂਟੇਸ਼ਨ ਕਰ ਦਾਂਗੇ ਆਪਾਂ ਕਿਸ ਤਰੀਕੇ ਨਾਲ। ਦੈਨ ਆਪਣੇ ਜਿਹੜੇ ਗੋਲ ਆ ਉਹ ਕਿਸ ਤਰੀਕੇ ਨਾਲ ਅਚੀਵ ਕੀਤਾ। ਹਾਰਡ ਵਰਕ, ਡਿਟਰਮੀਨੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਉਹਦੇ ਵਿੱਚ। ਹੁਣ ਟ੍ਰੇਨਿੰਗ ਬਾਰੇ ਪੂਰੀ ਟ੍ਰੇਨਿੰਗ ਦੱਸ ਦਾਂਗੇ ਵੀ ਕਿਸ ਤਰੀਕੇ ਦੇ ਨਾਲ ਟ੍ਰੇਨਿੰਗ ਸਟਾਰਟ ਕੀਤੀ। ਮਿਡ ਪੁਆਇੰਟ ਕੀ ਸੀ ਉਹਦਾ,
ਇਹ ਕਿਊ ਕਾਰਡ ਤੁਸੀਂ ਖੁਦ ਡਿਵੈਲਪ ਕਰਨਾ। ਬਸ ਮੈਂ ਲਾਸਟ ਦੱਸਦਾ ਪਿਆ ਵੀ ਕਿਸ ਤਰੀਕੇ ਨਾਲ ਕਰਨਾ। ਐਂਡਿੰਗ ਕੀ ਸੀ ਇਹਦਾ ਟ੍ਰੇਨਿੰਗ ਦੇ ਵਿੱਚ ਆਪਾਂ ਇਹ ਇਨਕਲੂਡ ਕਰ ਸਕਦੇ ਹਾਂ ਵੀ ਸਟਾਰਟਿੰਗ ਦੇ ਵਿੱਚ ਜਿਹੜੇ ਆ ਵੀ ਤੁਸੀਂ ਨਾਰਮਲੀ ਜੋਗਿੰਗ ਕਰਨੀ ਸਟਾਰਟ ਕਰ ਦਿੱਤੀ। ਡੇਲੀ ਜਿਹੜੇ ਤੁਹਾਡੇ ਕੋਚ ਆ ਉਹਨਾਂ ਨੇ ਤੁਹਾਨੂੰ ਇੰਨੇ ਕਿਲੋਮੀਟਰ ਜਿਹੜੀ ਹੈ ਜੋਗਿੰਗ ਕਰਨੀ ਸਟਾਰਟ ਕੀਤੀ। ਫਿਰ ਜਿਹੜੀਆਂ ਟੈਕਨੀਕਸ ਆ ਉਹਨਾਂ ਨੇ ਉਹ ਸਿਖਾਉਣੀਆਂ ਸਟਾਰਟ ਕਰ ਦਿੱਤੀਆਂ। ਠੀਕ ਆ, ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣੀ ਕੋਚਿੰਗ ਜਿਹੜੀ ਆ ਸਟਾਰਟ ਕਰਦੇ ਕਰਦੇ ਜਿਹੜੀ ਹੈ ਤੁਸੀਂ ਕਾਫੀ ਜਿਹਦੇ ਉਹਦੇ ਟਿਕਸ ਜਿਹੜੀਆਂ ਟ੍ਰਿਪਸ ਆ ਟੈਕਨੀਕਸ ਆ ਜਿਹੜੀ ਕਾਫੀ ਸਿੱਖ ਚੁੱਕੇ ਸੀਗੇ। ਠੀਕ ਹੈ, ਹੁਣ ਉਸ ਤੋਂ ਬਾਅਦ ਜਿਹੜਾ ਫਸਟ ਕੰਪੀਟੀਸ਼ਨ ਆਪਣਾ ਤੁਸੀਂ ਰਿਪਰੈਜ਼ੈਂਟ ਕਰਨਾ ਵੀ ਫਸਟ ਕੰਪੀਟੀਸ਼ਨ ਤੁਸੀਂ ਜਿਹੜਾ ਡਿਸਟ੍ਰਿਕਟ ਲੈਵਲ ਤੇ ਪਲੇ ਕੀਤਾ। ਹੁਣ ਇੱਥੇ ਇੱਕ ਟੈਕਨੀਕ ਦੱਸਦਾ ਆ ਵੀ ਕਿਊ ਕਾਰਡ ਨੂੰ ਕਿਸ ਤਰੀਕੇ ਨਾਲ ਤੁਸੀਂ ਸਟ੍ਰੈਚ ਕਰ ਸਕਦੇ ਹੋ। ਸਪੋਜ਼ ਹੁਣ ਕੋਈ ਵੀ ਸਪੋਰਟਸ ਵਾਲਾ ਕੰਪੀਟੀਸ਼ਨ ਵਾਲਾ ਕੋਈ ਵੀ ਇਦਾਂ ਦਾ ਹੁੰਦਾ ਵਾ ਵੀ ਜਿਸ 'ਚ ਤੁਹਾਨੂੰ ਲੱਗਦਾ ਵਾ ਵੀ ਇਹ 'ਚ ਤੁਹਾਡੀ ਲੈਂਥ ਪੂਰੀ ਨਹੀਂ ਹੋ ਰਹੀ। ਸਪੋਜ਼ ਤੁਸੀਂ ਆਹ ਜਿਹੜੇ ਸਾਰਾ ਕੁਝ ਆ ਪੂਰੇ ਦਾ ਪੂਰਾ ਜਿਹੜਾ 30 ਸੈਕਿੰਡਸ ਦੇ ਵਿੱਚ ਫਿਨਿਸ਼ ਵੀ ਕਰ ਚੁੱਕੇ ਹੋ ਤੇ ਤੁਹਾਡਾ ਕਿਊ ਕਾਰਡ ਖਤਮ ਵੀ ਹੋਣ ਵਾਲਾ ਤੇ ਤੁਹਾਨੂੰ ਪਤਾ ਵਾ ਵੀ ਤੁਹਾਡਾ ਹਜੇ 1 ਮਿੰਟ ਵੀ ਨਹੀਂ ਹੋਇਆ। ਉੱਥੇ ਤੁਸੀਂ ਕੀ ਕਰ ਸਕਦੇ ਇਦਾਂ ਦੀ ਚੀਜ਼ਾਂ ਐਡ ਆਨ ਕਰ ਸਕਦੇ ਹੋ ਵੀ ਫਸਟ ਕੰਪੀਟੀਸ਼ਨ ਸੀਗਾ ਮੇਰਾ ਡਿਸਟ੍ਰਿਕਟ ਲੈਵਲ ਦੇ ਵਿੱਚ ਸੀਗਾ, ਮੇਰੀ ਪਰਫਾਰਮੈਂਸ ਵਧੀਆ ਨਹੀਂ ਹੋਈ, ਮੈਨੂੰ ਬਹੁਤ ਬੀਟ ਕੀਤਾ, ਮੈਨੂੰ ਜਿਹੜੀ ਉੱਥੇ ਇਸ ਤਰੀਕੇ ਦੇ ਨਾਲ ਮੈਂ ਬਹੁਤ ਬੁਰੀ ਤਰੀਕੇ ਦੇ ਨਾਲ ਮੈਂ ਉੱਥੇ ਹਾਰ ਗਿਆ। ਸੋ ਨੈਕਸਟ ਡੇ ਮੈਂ ਸੈਡ ਸੀਗਾ, ਡਿਮਾਇਸ ਸੀਗਾ। ਮੈਂ ਆਪਣੀ ਟ੍ਰੇਨਿੰਗ ਦੁਬਾਰਾ ਸਟਾਰਟ ਕਰਨਾ ਚਾਹੁੰਦਾ ਸੀਗਾ ਬਟ ਮੇਰੇ ਮਾਈਂਡ 'ਚ ਡਾਊਟ ਸੀਗੇ ਕਿ ਮੈਂ ਕਰ ਸਕਦਾ ਜਾਂ ਨਹੀਂ ਕਰ ਸਕਦਾ। ਮੇਰੇ ਕੋਚ ਆਏ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਦੈਨ ਮੈਂ ਟ੍ਰੇਨਿੰਗ ਦੁਬਾਰਾ ਸਟਾਰਟ ਕੀਤੀ। ਯਾਨੀ ਕਿ ਜੇ ਤੁਸੀਂ ਇਸ ਤਰੀਕੇ ਨਾਲ ਇੱਕ ਆਪਣੀ ਹਾਰ ਇੰਟਰੋਡਿਊਸ ਕਰਦੇ ਹੋ ਤਾਂ ਦੈਨ ਤੁਸੀਂ 20 ਸੈਕਿੰਡ ਤੋਂ 30 ਸੈਕਿੰਡ ਉਸੇ ਸਟੋਰੀ ਨੂੰ ਸਟ੍ਰੈਚ ਕਰ ਸਕਦੇ ਹੋ। ਜੇ ਤੁਹਾਡੇ ਕਿਊ ਕਾਰਡ ਸਫੀਸ਼ੀਐਂਟ ਆ ਇੱਥੋਂ ਤੱਕ ਬਣ ਗਿਆ ਕਾਫੀ ਤੁਸੀਂ ਬੋਲ ਚੁੱਕੇ ਹੋ ਦੈਨ ਇਹਨੂੰ ਇਨਕਲੂਡ ਕਰਨ ਦੀ ਇਹ ਕੰਪੀਟੀਸ਼ਨ ਇਨਕਲੂਡ ਕਰਨਾ। ਫਸਟ ਕੰਪੀਟੀਸ਼ਨ ਹੀ ਜਿੱਤਿਆ ਤੁਸੀਂ, ਸੈਕਿੰਡ ਵੀ ਜਿੱਤੇ, ਥਰਡ ਵੀ ਜਿੱਤੇ, ਇੱਦਾਂ ਕੰਟੀਨਿਊਸਲੀ ਵਿਨਿੰਗਸ ਜਿਹੜੀਆਂ ਇੰਟਰੋਡਿਊਸ ਕਰਦੇ ਜਾਣਾ ਆਪਣੇ ਵਿਨਸ ਜਿਹੜੀਆਂ ਇੰਟਰੋਡਿਊਸ ਕਰਦੇ ਜਾਣਾ ਆਪਣੇ। ਠੀਕ ਹੈ, ਇਹ ਟੈਕਨੀਕ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਵੀ ਕਿਊ ਕਾਰਡ ਨੂੰ ਸਟ੍ਰੈਚ ਕਰਨ ਦੇ ਲਈ। ਹੁਣ ਕੋਈ ਕਿਊ ਕਾਰਡ ਇਦਾਂ ਦਾ ਆ ਜਾਂਦਾ ਵੈਨ ਯੂ ਫੇਲਡ ਇਨ ਐਗਜ਼ਾਮ। ਠੀਕ ਹੈ, ਤੁਸੀਂ ਉਹ ਕਹਿ ਦੇਣਾ ਵੀ ਮੈਂ ਸਟਾਰਟਿੰਗ ਦੇ ਵਿੱਚ ਜਿਹੜੇ ਇਸ ਐਗਜ਼ਾਮ ਨੂੰ ਕੀਤਾ ਸੀ ਅਟੈਂਪਟ ਬੜੀ ਈਜ਼ੀਲੀ ਪਾਸ ਹੋ ਗਿਆ ਸੀ, ਇਹਨੂੰ ਵੀ ਬੜੀ ਈਜ਼ੀਲੀ ਪਾਸ ਹੋ ਗਿਆ ਸੀਗਾ, ਮੈਂ ਇੰਨੀ ਜ਼ਿਆਦਾ ਪੜ੍ਹਾਈ ਕੀਤੀ ਬਟ ਜਦੋਂ ਮੈਂ ਮੇਨ ਐਗਜ਼ਾਮ ਦੇ ਵਿੱਚ ਆਇਆ ਤੇ ਮੈਨੂੰ ਇੱਦਾਂ ਫੀਅਰ ਹੋ ਗਿਆ, ਇਹ ਹੋ ਗਿਆ, ਇਸ ਕਰਕੇ ਮੈਂ ਉੱਥੇ ਫੇਲ ਹੋ ਗਿਆ। ਇਹ ਚੀਜ਼ਾਂ ਇੰਟਰੋਡਿਊਸ ਕਰ ਸਕਦੇ। ਹੁਣ ਇੱਥੇ ਫਸਟ ਤੁਸੀਂ ਇੰਟਰੋਡਿਊਸ ਕਰ ਸਕਦੇ ਹੋ ਵੀ ਲਾਸਟ ਕੰਪੀਟੀਸ਼ਨ ਡਾਊਟ ਦੇ ਵਿੱਚ ਆ ਗਿਆ ਕਿ ਮੈਂ ਬਾਕਸਰ ਬਣ ਸਕਦਾ ਕਿ ਨਹੀਂ ਬਣ ਸਕਦਾ। ਦੈਨ ਮੇਰੇ ਕੋਚ ਨੇ ਮੋਟੀਵੇਟ ਕੀਤਾ ਤੇ ਨੈਕਸਟ ਡੇ ਤੋਂ ਮੈਂ ਟ੍ਰੇਨਿੰਗ ਆਪਣੀ ਹਾਰਡ ਟ੍ਰੇਨਿੰਗ ਸਟਾਰਟ ਕਰ ਦਿੱਤੀ। ਹਾਰਡ ਉੱਥੇ ਟਾਈਮ ਜਿਹੜੀ ਡਿਵੋਸ਼ਨ ਹੈ ਉਹ ਇਨਕਰੀਜ਼ ਕਰ ਦਿੱਤਾ। ਜਿਹੜਾ ਟਾਈਮ ਡਿਵੋਟ ਕਰਦਾ ਸੀਗਾ ਉਹ 2 ਆਵਰਸ ਦਾ ਹੋਰ ਵਧਾ ਦਿੱਤਾ। ਆਪਣੀ ਜਿਹੜੀ ਡਾਈਟ ਆ ਉਹ ਡਾਈਟ ਪ੍ਰੈਫਰੈਂਸ ਜਿਹੜੀ ਚੇਂਜ ਕਰ ਦਿੱਤੀ। ਠੀਕ ਹੈ, ਹੁਣ ਇਸ ਤੋਂ ਬਾਅਦ ਇਹ ਗੋਲ ਤੁਸੀਂ ਅਚੀਵ ਕਰ ਲਿਆ। ਕਰਦੇ ਕਰਦੇ ਤੁਸੀਂ ਡਿਸਟ੍ਰਿਕਟ ਲੈਵਲ ਦੇ ਕੰਪੀਟੀਸ਼ਨ ਜਿੱਤੇ, ਸਟੇਟ ਲੈਵਲ ਦੇ ਕੰਪੀਟੀਸ਼ਨ ਜਿੱਤੇ, ਦੈਨ ਨੈਸ਼ਨਲ ਲੈਵਲ ਦੇ ਵਿੱਚ ਵੀ ਰਿਪਰੈਜ਼ੈਂਟ ਕੀਤਾ। ਇਹ ਸਾਰੀ ਇੱਥੇ ਆ ਗਿਆ ਹਾਊ ਯੂ ਅਚੀਵਡ ਇਟ, ਵੈਨ ਯੂ ਸੈਟ ਇਟ, ਵਾਟ ਇਟ ਵਾਸ ਅਬਾਊਟ। ਹੁਣ ਤੁਸੀਂ ਇਹਦੇ ਵਿੱਚ ਆਪਣਾ ਫੇਰ ਜਿਹੜਾ ਲਾਸਟ ਪਾਰਟ ਰਹਿ ਗਿਆ ਆ ਇਹਦੇ ਵਿੱਚ ਆਪਣਾ ਫਿਊਚਰ ਪਲਾਨ ਇੰਟਰੋਡਿਊਸ ਕਰ ਸਕਦੇ ਹੋ ਜਾਂ ਫਿਰ ਹਾਊ ਯੂ ਫੈਲਟ ਵਾਲੇ ਕੁਐਸਚਨ। ਲਾਸਟ 'ਚ ਆਪਾਂ ਇਹੋ ਇੰਟਰੋਡਿਊਸ ਕਰਨਾ ਹੁੰਦਾ ਨਾ ਹਾਊ ਯੂ ਫੈਲਟ ਅਬਾਊਟ ਦਿਸ ਜਾਂ ਫਿਰ ਆਪਣਾ ਫਿਊਚਰ ਪਲਾਨ ਵੀ ਫਿਊਚਰ ਦੇ ਵਿੱਚ ਕੀ ਤੁਸੀਂ ਸੋਚਿਆ ਹੁਣ। ਕਲੀਅਰ ਹੈ ਸਾਰਿਆਂ ਨੂੰ? ਇਹ ਤੁਸੀਂ ਖੁਦ ਡਿਵੈਲਪ ਕਰਨਾ ਬੇਸਿਕਲੀ ਆਈਡੀਆ ਤੁਹਾਨੂੰ ਮੈਂ ਕਾਫੀ ਦੇ ਚੁੱਕਿਆ ਹਾਂ। Yes. ਹੁਣ ਇਹਦੇ ਕੁਐਸਚਨਸ ਦੇਖ ਲਓ ਫਿਰ। Do people in your country set goals? ਕੀ ਤੁਹਾਡੀ ਕੰਟਰੀ ਦੇ ਵਿੱਚ ਜਿਹੜੇ ਲੋਕੀ ਆ ਗੋਲ ਸੈੱਟ ਕਰਦੇ ਆ? ਹੁਣ ਜਦੋਂ ਵੀ ਇਦਾਂ ਦਾ ਕੁਐਸਚਨ ਆ ਜਾਏ ਟਾਈਪ ਵਾਲਾ, ਪੀਪਲ ਵਾਲਾ, ਕਾਈਂਡ ਵਾਲਾ, ਠੀਕ ਆ, ਉਹਦੇ ਵਿੱਚ ਆਪਾਂ ਹਮੇਸ਼ਾ ਇਹ ਲਿਖਣਾ ਵੀ ਕਾਫੀ ਸਾਰੇ ਫੈਕਟਰਸ ਇਨਕਲੂਡਡ ਆ, ਡਿਪੈਂਡ ਅਪੋਨ ਵੇਰੀਅਸ ਫੈਕਟਰਸ। ਹੁਣ ਜਦੋਂ ਪੀਪਲ ਵਾਲਾ ਆ ਜਾਏ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਣਾ ਏਜ। ਠੀਕ ਆ, ਯੰਗ ਏਜ ਦੇ ਪ੍ਰੈਫਰ ਕਰਦੇ ਆ ਗੋਲ ਸੈੱਟ ਕਰਨਾ, ਓਲਡ ਏਜ ਜਿਹੜੇ ਪ੍ਰੈਫਰ ਨਹੀਂ ਕਰਦੇ। ਉਸ ਤੋਂ ਬਾਅਦ ਆ ਜਾਂਦਾ ਜੈਂਡਰ,
ਮੋਸਟਲੀ ਆਬਜ਼ਰਵ ਕੀਤਾ ਗਿਆ ਵਾ ਵੀ ਫੀਮੇਲ ਜਿਹੜੀਆਂ ਜ਼ਿਆਦਾ ਗੋਲ ਓਰੀਐਂਟਡ ਹੁੰਦੇ ਆ, ਉਹ ਜ਼ਿਆਦਾ ਗੋਲ ਸੈੱਟ ਕਰਦੇ ਆ ਤੇ ਅਚੀਵ ਵੀ ਕਰਦੇ ਆ। ਬਟ ਮੇਲ ਜਿਹੜੇ ਗੋਲ ਸੈੱਟ ਤੇ ਜ਼ਰੂਰ ਕਰਦੇ ਆ, ਬਟ ਉਹ ਅਚੀਵ ਨਹੀਂ ਕਰ ਪਾਉਂਦੇ। ਜਾਂ ਫਿਰ ਮੇਲ ਜਿਹੜੇ ਜ਼ਿਆਦਾਤਰ ਉਹ ਆਪਣੇ ਫਿਜ਼ੀਕਲ ਫਿਟਨੈਸ ਦੇ ਰਿਲੇਟਡ ਗੋਲ ਸੈੱਟ ਕਰਦੇ ਆ, ਬਟ ਜਿਹੜੇ ਗਰਲਸ ਆ ਉਹ ਇਸ ਤਰੀਕੇ ਨਾਲ ਗੋਲ ਸੈੱਟ ਕਰਦੀਆਂ ਵੀ ਉਹ ਆਪਣੀ ਸਟੱਡੀ ਦੇ ਉੱਤੇ ਕੰਸਨਟ੍ਰੇਟਡ ਰਹਿਣ। ਠੀਕ ਆ, ਨੈਕਸਟ ਆ ਜਾਂਦਾ ਜਿਓਗ੍ਰਾਫੀ ਕੰਡੀਸ਼ਨ, ਯਾਨੀ ਕਿ ਲੋਕੇਸ਼ਨ, ਕਿੱਥੇ ਆ, ਕਿਹੜੀ ਸਟੇਟ ਦੇ ਵਿੱਚ ਆ, ਕਿਹੜੀ ਕੰਟਰੀ ਦੇ ਵਿੱਚ ਆ, ਕੰਟਰੀ ਦੇ ਵਿਦਨ ਕੰਟਰੀ ਕਿਹੜੀ ਸਟੇਟ ਦੇ ਵਿੱਚ ਆ। ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਮਹਾਰਾਸ਼ਟਰੀਅਨਸ ਜਿਹੜੇ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਆ, ਉਹ ਜ਼ਿਆਦਾ ਗੋਲ ਓਰੀਐਂਟਡ ਹੈ ਕਿਉਂਕਿ ਉਹਨਾਂ ਨੂੰ ਉੱਥੇ ਜ਼ਿਆਦਾ ਫੈਸਿਲਿਟੀਜ਼ ਅਵੇਲੇਬਲ ਆ, ਉੱਥੇ ਜ਼ਿਆਦਾ ਓਪਰਚੁਨਿਟੀਜ਼ ਆ, ਸੋ ਹਰ ਇੱਕ ਚੀਜ਼ ਆਪਣੀ ਪਲਾਨ ਕਰਕੇ ਚੱਲਦੇ ਆ। ਬਟ ਜਿਹੜੀ ਕਈ ਸਟੇਟਸ ਇੱਦਾਂ ਦੀਆਂ, ਹਿਮਾਚਲ ਹੋ ਗਏ, ਪੰਜਾਬ ਹੋ ਗਿਆ, ਉੱਥੇ ਜਿਹੜੇ ਆ ਗੋਲ ਓਰੀਐਂਟਡ ਲੋਕੀ ਜ਼ਿਆਦਾ ਨਹੀਂ ਹੈਗੇ ਕਿਉਂਕਿ ਉਹ ਜ਼ਿਆਦਾ ਆਪਣੇ ਫੈਮਿਲੀ ਦੇ ਵਿੱਚ ਇਨਵੋਲਵ ਰਹਿੰਦੇ ਆ ਰਾਦਰ ਦੈਨ ਪ੍ਰੋਫੈਸ਼ਨਲ ਲਾਈਫ। ਇਸ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ। Why is setting goals important? गोल सेट करना इंपॉर्टेंट क्यों है? To achieve success, सक्सैस अचीव ਕਰਨ ਦੇ ਲਈ ਇੰਪੋਰਟੈਂਟ ਹੈ। ਜੇ ਗੋਲ ਸੈੱਟ ਹੋਊਗਾ ਤੇ ਫਿਰ ਹੀ सक्सैस ਅਚੀਵ ਕਰ ਸਕਦੇ ਹਾਂ। ਠੀਕ ਹੈ, ਕੰਪਲੀਟ ਵਰਕ ਵਿਦਨ ਦਾ ਟਾਈਮ, ਆਪਣਾ ਜਿਹੜਾ ਕੰਮ ਆ ਉਹ ਕੰਪਲੀਟ ਕਰਨ ਲਈ, ਹੁਣ ਸਪੋਜ਼ ਰਾਈਟਿੰਗ ਟਾਸਕ ਗਿਵਨ ਹੈ, ਤੁਹਾਨੂੰ ਟਾਸਕ 1 2 ਮਿਲਦੇ ਆ ਰੋਜ਼, ਤੁਸੀਂ ਸੈੱਟ ਕਰ ਲਓ ਗੋਲ ਕਿ ਮੈਂ 2 ਵਜੇ ਤੱਕ ਜਾਂ 2:30 ਵਜੇ ਤੱਕ ਫਿਨਿਸ਼ ਕਰਨਾ ਹੀ ਕਰਨਾ, ਤਾਂ ਦੈਨ ਡੈਫੀਨੇਟਲੀ ਇੱਕ ਹੈਬਿਟ ਡਿਵੈਲਪ ਹੋ ਜਾਏਗੀ। ਠੀਕ ਹੈ, ਹੈਬਿਟ ਡਿਵੈਲਪਮੈਂਟ ਹੋਏਗੀ ਜਿਹਦੇ ਨਾਲ ਬੈਨੀਫਿਟ ਹੋਊਗਾ ਲੌਂਗ ਟਰਮ ਦੇ ਵਿੱਚ। ਇਹ ਚੀਜ਼ਾਂ ਲਿਖ ਸਕਦੇ ਆਪਾਂ। ਨੈਕਸਟ ਕੁਐਸਚਨ ਹੈ, what is difference between goals set by young people and old people? ਹੁਣ ਗੋਲ ਜਿਹੜੇ ਯੰਗ ਪੀਪਲ ਜਿਹੜੇ ਸੈੱਟ ਕਰਦੇ ਆ, ਫॉर ਯੰਗਸਟਰਸ ਉਹ ਸ਼ਾਰਟ ਟਰਮ ਗੋਲ ਹੁੰਦੇ ਆ। ਸ਼ਾਰਟ ਟਰਮ ਯਾਨੀ ਕਿ ਜ਼ਿਆਦਾ ਤੋਂ ਜ਼ਿਆਦਾ ਅਚੀਵ ਕਰਨਾ ਚਾਹੁੰਦੇ ਆ ਘੱਟ ਟਾਈਮ ਦੇ ਵਿੱਚ, ਲੈਸ ਟਾਈਮ ਸਪੈਨ, ਮੋਰ ਰਿਜ਼ਲਟਸ। ਜਿਹੜੇ ਐਲਡਰ ਪੀਪਲ ਜਾਂ 올ਡਰ ਪੀਪਲ ਜਿਹੜੇ ਸੈੱਟ ਕਰਦੇ ਆ ਗੋਲ, ਉਹ ਟਾਈਮ ਕੰਜ਼ਿਊਮਿੰਗ ਹੁੰਦੇ ਆ। ਠੀਕ ਹੈ, ਉਹਨਾਂ ਦੇ ਲੌਂਗ ਟਰਮਸ ਆਪਾਂ ਗੋਲ ਕਹਿ ਸਕਦੇ ਹਾਂ। ਹੁਣ ਇਹਨਾਂ ਨੂੰ ਕਹਿ ਵੀ ਕੀ ਸਕਦੇ ਆ, ਇਹਨਾਂ ਨੂੰ ਇਦਾਂ ਕਿਉਂ? ਕਿਉਂਕਿ ਜਿਹੜੇ ਆ 올ਡਰ ਦੇ ਵਿੱਚ ਆ ਪੇਸ਼ੈਂਸ ਜ਼ਿਆਦਾ ਹੁੰਦੀ ਆ, ਉਹਨਾਂ 'ਚ ਪੇਸ਼ੈਂਸ ਜ਼ਿਆਦਾ ਹੁੰਦੀ ਆ, ਬਟ ਯੰਗਸਟਰਸ ਦੇ ਵਿੱਚ ਜਿਹੜੀ ਆ એનર્ਜੀ ਜ਼ਿਆਦਾ ਹੁੰਦੀ ਆ। ਇਸ ਕਰਕੇ ਉਹਨਾਂ ਦੇ ਗੋਲਸ ਜਿਹੜੇ ਅਲੱਗ-ਅਲੱਗ ਵੀ ਹੁੰਦੇ ਆ ਤੇ ਅਲੱਗ-ਅਲੱਗ ਟਾਈਪ ਦੇ ਵੀ ਹੁੰਦੇ ਆ। ਕਲੀਅਰ ਹੈ ਸਾਰਿਆਂ ਨੂੰ? ਇਸ ਤੋਂ ਇਲਾਵਾ ਤੁਹਾਡੇ ਮਾਈਂਡ 'ਚ ਕੋਈ ਕੁਐਸਚਨ ਆਊਗਾ ਆਪਾਂ ਉੱਥੋਂ ਦੇਖ ਲਾਂਗੇ। ਠੀਕ ਹੈ। Okay, sir.